ਰਾਤ ਉਹਦੀ ਸੇਵਾ ਕਰਦੇ ਹੋ। ਸਰਦੀਆਂ ਦੀ ਰਾਤ 'ਚ ਛੋਟੇ ਹੁੰਦਿਆਂ ਜਦੋਂ ਉਹ ਬਿਸਤਰਾ ਗਿੱਲਾ ਕਰ ਦਿੰਦਾ ਸੀ ਤਾਂ ਆਪ ਗਿੱਲੇ ਤੇ ਪੈ ਕੇ ਉਹਨੂੰ ਸੁੱਕੇ ਤੇ ਪਾਉਣੇ ਹੋ। ਉਹਦੀਆਂ ਮਜਬੂਰੀਆਂ, ਉਹਦੇ ਦੁੱਖਾਂ ਨੂੰ ਆਪਦੇ ਤੇ ਸਹਿ ਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਜੇ ਇੱਕ ਦਿਨ ਪਿਆਰ ਨਾਲ, ਮੁਹੱਬਤ ਨਾਲ ਆਪਣਾ ਆਪ ਵਾਰ ਕੇ ਪਾਲੇ ਉਸ ਪੁੱਤ ਨੂੰ ਕੋਈ ਤੁਹਾਡੇ ਤੋਂ ਖੋਹ ਲੇ ਜਾਂ ਉਹਦਾ ਨੁਕਸਾਨ ਕਰ ਦੇ ਜਾਂ ਉਹਨੂੰ ਕੁਛ ਹੋ ਜੇ ਤਾਂ ਤੁਹਾਡੇ ਤੇ ਕੀ ਮਹਿਸੂਸ ਹੋਊਗੀ? ਅਜਿਹਾ ਹੀ ਕੁਛ ਕਿਸਾਨ ਨੂੰ ਮਹਿਸੂਸ ਹੁੰਦਾ। ਬਹੁਤ ਔਖਾ ਹੋ ਕੇ ਕਿਸਾਨ ਫਸਲ ਨੂੰ ਪਾਲਦਾ ਹੈ। ਪੁੱਤ ਪਾਲਣ ਤੋਂ ਘੱਟ ਨਹੀਂ ਹੁੰਦੀ ਫਸਲ ਪਾਲਣੀ। ਔਰ ਅੱਜ ਗੱਲ ਸਬਜ਼ੀ ਕਾਸ਼ਤਕਾਰਾਂ ਬਾਰੇ, ਸਬਜ਼ੀ ਬੀਜਣ ਵਾਲੇ ਕਿਸਾਨਾਂ ਦੀ ਕਰਨ ਲੱਗੇ ਹਾਂ। ਜੋ ਤਸਵੀਰਾਂ ਆਈਆਂ ਉਸਨੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਝੰਜੋੜਿਆ। ਇਹ ਪਹਿਲੀ ਵਾਰ ਨਹੀਂ ਹੈ ਜੋ ਤਸਵੀਰਾਂ ਤੁਹਾਨੂੰ ਦਿਖਾਊਂਗਾ ਮੈਂ, ਇਹ ਤੁਸੀਂ ਬਹੁਤ ਪਹਿਲਾਂ ਦੇਖੀਆਂ ਹੋਣੀਆਂ। ਜਦੋਂ ਇਹ ਪਹਿਲੀ ਵਾਰ ਹੋਇਆ ਹੋਣਾ ਤਾਂ ਉਦੋਂ ਬਹੁਤ ਵੱਡੀ ਖਬਰ ਹੋਣੀ ਹੈ। ਜਦੋਂ ਕਿਸੇ ਕਿਸਾਨ ਨੇ ਆਪਣੀ ਸਬਜ਼ੀ ਜਾਂ ਫਸਲ ਸੜਕ ਦੇ ਉੱਤੇ ਜਾ ਕੇ ਅਜਾਈਂ ਡੋਲ ਦਿੱਤੀ ਹੋਵੇ, ਰੋੜ ਦਿੱਤੀ ਹੋਵੇ, ਸੁੱਟ ਦਿੱਤੀ ਹੋਵੇ, ਤਾਂ ਉਦੋਂ ਇਹ ਬਹੁਤ ਵੱਡੀ ਖਬਰ ਹੋਣੀ ਹੈ। ਸਮਾਂ ਨਿਕਲਦਾ ਗਿਆ, ਕਿਸਾਨ ਦੀ ਮਜਬੂਰੀ ਨਹੀਂ ਸੁਣੀ ਗਈ। ਕਿਸਾਨ ਆਪਣੀਆਂ ਖਬਰਾਂ ਵਾਸਤੇ ਕਿਸੇ ਦੀਆਂ ਮਿੰਨਤਾਂ ਨਹੀਂ ਕਰਦਾ। ਅਸੀਂ ਕਿਸਾਨ ਕੋਲੋਂ ਦੀ ਗੱਲ ਪੁੱਛਣ, ਬਾਤ ਪਾਉਣ ਚਲੇ ਜਾਂਦੇ ਹਾਂ, ਮਿਹਰਬਾਨੀ ਹੈ। ਪਰ ਕਦੇ ਸੋਚਿਆ ਕਿ ਜਦੋਂ ਸੜਕ ਦੇ ਉੱਤੇ ਆਪਣੀ ਸਬਜ਼ੀ, ਆਪਣੀ ਫਸਲ ਨੂੰ ਰੋੜ ਜਾਂਦਾ ਹੈ ਤਾਂ ਉਸ 'ਤੇ ਕੀ ਬੀਤਦੀ ਹੈ? ਕੀ ਉਹਦਾ ਇਸ ਤਰ੍ਹਾਂ ਜੀਅ ਕਰਦਾ ਹੈ? ਜਾਂ ਬਹੁਤ ਸਾਰੇ ਕਿਸਾਨ ਖੜੀ ਫਸਲ ਵਾਹ ਦਿੰਦੇ ਹੈ ਕਈ ਵਾਰ। ਕਾਰਨ ਕੀ ਹੁੰਦਾ ਹੈ? ਉਹਦੀ ਮਾਨਸਿਕਤਾ ਉਸ ਵੇਲੇ ਕੀ ਹੁੰਦੀ ਹੈ? ਇਸ ਸਾਰੇ ਬਾਰੇ ਅੱਜ ਗੱਲਬਾਤ ਕਰਾਂਗੇ। ਪਰ ਮਾਨਸਾ ਦੇ ਭੈਣੀ ਬਾਗਾ ਤੋਂ ਜੋ ਤਸਵੀਰਾਂ ਆਈਆਂ, ਪਹਿਲਾਂ ਉਹ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਸ਼ਿਮਲਾ ਮਿਰਚ ਦੀ ਫਸਲ ਜੋ ਬਾਜ਼ਾਰ 'ਚ 30 ਤੋਂ 35 ਰੁਪਏ ਕਿਲੋ ਵਿਕ ਰਹੀ ਹੈ, ਤੁਸੀਂ ਜੇ ਘਰ ਵਾਸਤੇ ਲੈਣ ਜਾਣੀ ਹੈ ਤਾਂ ਮੰਡੀ 'ਚ ਜਾਂ ਅੱਜ ਕੱਲ੍ਹ ਲੋਕਡਾਊਨ 'ਚ ਤੁਹਾਡੇ ਘਰਾਂ ਤੱਕ ਰੇਹੜੀਆਂ ਦੇ ਉੱਤੇ ਸ਼ਿਮਲਾ ਮਿਰਚ ਪਹੁੰਚ ਰਹੀ ਹੈ ਤਾਂ ਕਿਤੇ 30 ਰੁਪਏ, 40 ਰੁਪਏ, 60 ਰੁਪਏ ਕਿਲੋ ਵੀ ਵਿਕੀ ਹੈ, 50 ਰੁਪਏ ਵੀ ਜੋ ਪਿਛਲੇ ਦਿਨਾਂ 'ਚ ਵਿਕੀ ਹੈ। ਉਹ ਕਿਸਾਨ ਕਿੰਨੇ ਦੀ ਵੇਚ ਰਿਹਾ? ਮਹਿਜ਼ 2.5 ਤੋਂ 2 ਰੁਪਏ ਕਿਲੋ ਵਪਾਰੀ ਮੁੱਲ ਲਾ ਕੇ ਆਇਆ। 2.5 ਰੁਪਏ ਕਿਲੋ ਮੁੱਲ ਲਾ ਕੇ ਆਇਆ। ਜਿਹੜੀ 30 ਰੁਪਏ ਕਿਲੋ, 35 ਰੁਪਏ ਕਿਲੋ ਤੁਸੀਂ ਘਰਾਂ 'ਚ ਆਲੂ ਸ਼ਿਮਲਾ ਮਿਰਚ ਜਦੋਂ ਬਣਾਉਣੇ ਹੋ ਬੜੇ ਸਵਾਦ ਨਾਲ, ਦਹੀਂ ਦੇ ਨਾਲ ਤਾਂ ਬਹੁਤ ਹੀ ਸਵਾਦ ਲੱਗਦੀ ਹੈ ਸਬਜ਼ੀ, ਪਰ ਉਹ ਕਿਸਾਨ 2.5 ਰੁਪਏ ਕਿਲੋ ਵਪਾਰੀ ਨੂੰ ਵੇਚਦਾ ਹੈ। ਜੋ ਦੁੱਖ ਦੀ ਗੱਲ ਹੈ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 1.5 ਮਹੀਨਾ ਹੋ ਗਿਆ ਕਰਫਿਊ ਹੁੰਦਾ ਤਾਂ 1 ਰੁਪਇਆ ਤਾਂ ਸਿੱਧਾ ਕੱਢ ਦਿਓ। ਤਾਂ ਕੀ ਕਿਸਾਨ ਨੂੰ ਫਸਲ, ਸਬਜ਼ੀ ਜਿਹੜੀ ਹੈ, ਮਾਫ ਕਰਨਾ, ਉਹ ਬੀਜੀ ਦਾ 1.5 ਰੁਪਇਆ ਮਿਲਣਾ ਚਾਹੀਦਾ? ਤਸਵੀਰਾਂ ਦੇਖੋ, ਫਿਰ ਅਗਲੀ ਗੱਲ ਕਰਦੇ ਹਾਂ। ਤਸਵੀਰਾਂ ਦੇ ਵਿੱਚ ਸ਼ਿਮਲਾ ਮਿਰਚ ਦੀ ਇਹ ਫਸਲ ਤੁਸੀਂ ਦੇਖ ਰਹੇ ਹੋ। ਪੁੱਤ ਤਰ੍ਹਾਂ ਇਹ ਪਾਲੀ ਹੋਣੀ ਹੈ, ਮੁਨਾਫੇ ਵਾਸਤੇ ਹੀ ਪਾਲੀ ਹੋਣੀ ਹੈ। ਘਰ ਪਾਲਣਾ ਹੈ, ਆਪਣੇ ਬੱਚੇ ਪੜ੍ਹਾਉਣੇ ਨੇ, ਘਰ ਦੇ ਖਰਚੇ ਨੇ, ਘਰ ਦੀਆਂ ਦਵਾਈਆਂ ਨੇ, ਬਜ਼ੁਰਗ ਬਾਪੂ ਹੋਣਾ ਹੈ ਘਰ ਦੇ ਵਿੱਚ, ਬਜ਼ੁਰਗ ਬੇਬੇ ਹੋਣੀ ਹੈ, ਕੁਛ ਆਪਣੀਆਂ ਵੀ ਜ਼ਿੰਦਗੀ ਦੀਆਂ ਹਸਰਤਾਂ ਹੈ ਕਿ ਜੀਵਨ ਨੂੰ ਬਤੀਤ ਕਰਨ ਵਾਸਤੇ ਪੈਸਾ ਇੰਪੋਰਟੈਂਟ ਹੈ, ਤਾਂ ਉਸੇ ਵਾਸਤੇ ਇਨਸਾਨ ਹੰਬਲਾ ਮਾਰ ਰਿਹਾ, ਰੋਟੀ ਵਾਸਤੇ ਮਾਰ ਰਿਹਾ। ਪਰ ਇਹ ਘਰਾਂ 'ਚ ਜਾ ਕੇ ਜਿਹੜੀ ਤੁਹਾਡੀ ਰੋਟੀ ਬਣਨੀ ਹੈ, ਇਹ ਕਿਸਾਨ ਨੂੰ ਕਿਸ ਮੁੱਲ ਦੇ ਵਿੱਚ ਪੈ ਰਹੀ ਹੈ? ਇਹ ਹਾਲਾਤ ਤੁਸੀਂ ਦੇਖੋ ਕਿ ਕਿਸਾਨ ਨੂੰ ਇਹ ਸਿੱਟਣ ਦੇ ਵਿੱਚ ਕਿਸਾਨ ਮਜਬੂਰ ਹੋ ਰਿਹਾ। ਕਿਸਾਨਾਂ ਦਾ ਕੀ ਕਹਿਣਾ ਹੈ ਤੁਸੀਂ ਇੱਕ ਵਾਰੀ ਉਹ ਵੀ ਸੁਣੋ, ਤਾਂ ਫਿਰ ਤੁਹਾਡੇ ਨਾਲ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਇਹ ਕਹਿਣਗੇ ਕਿ ਇਹਦੇ ਨਾਲੋਂ ਤਾਂ ਕਿਸੇ ਨੂੰ ਦੇ ਦੇਣੀ ਸੀ, ਸਿੱਟੀ ਕਿਉਂ ਭਾਈ ਗੁਰਦੁਆਰੇ ਦੇ ਆਂਦਾ, ਸਿੱਟੀ ਕਿਉਂ ਭਾਈ ਬੜੀਆਂ NGO ਚੱਲ ਰਹੀਆਂ ਉਹਨਾਂ ਨੂੰ ਦੇ ਦਿੰਦੇ, ਕਿਉਂ ਦੇ ਦਿੰਦੇ? ਇਸ ਦੇ ਉੱਤੇ ਗੱਲ ਕਰਾਂਗੇ। ਪਰ ਕਿਸਾਨ ਕੀ ਕਹਿ ਰਹੇ ਆ ਪਹਿਲਾਂ ਤੁਸੀਂ ਉਹ ਵੀ ਸੁਣ ਲਓ। ਇਹ ਥਾਂ ਥਾਂ ਤੇ ਰੋਲੇ ਪੈਂਦੇ ਆ, ਕਿਤੇ ਸਬਜ਼ੀਆਂ ਨਹੀਂ ਮਿਲਦੀਆਂ, ਕਿਤੇ ਦੁੱਧ ਨਹੀਂ ਮਿਲਦਾ, ਕਿਤੇ ਰਾਸ਼ਨ ਨਹੀਂ ਮਿਲਦਾ। ਤਾਂ ਉਸ ਸਮੇਂ ਜਦੋਂ ਇਹ ਮੰਗ ਹੈ, ਲੋਕ ਰੌਲਾ ਪਾਉਂਦੇ ਆ ਕਿ ਰਾਸ਼ਨ ਜਾਂ ਸਬਜ਼ੀਆਂ ਮਿਲ ਨਹੀਂ ਰਹੀਆਂ, ਉਸੇ ਦਿਨਾਂ ਦੇ ਵਿੱਚ, ਉਸੇ ਟਾਈਮ ਸਾਡੇ ਕਿਸਾਨਾਂ ਨੂੰ ਜੋ ਮਿਰਚ ਪੈਦਾ ਕਰਦੇ ਆ ਭੈਣੀ ਬਾਗਾ ਦੇ
ਉਹਨਾਂ ਨੂੰ ਮਿਰਚ ਆ ਜਿਹੜੀ ਉਹ ਸੜਕ ਤੇ ਸਿੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਪਿਛਲੇ ਸਾਲ ਜਿਹੜਾ ਇਹਦਾ ਰੇਟ ਸੀ 25 ਰੁਪਏ ਕਿਲੋ ਸੀਗਾ, ਐਤਕੀ 3 ਰੁਪਏ ਪ੍ਰਤੀ ਕਿਲੋ ਜਿਹੜਾ ਰੇਟ ਆ ਦਿੱਤਾ ਜਾ ਰਿਹਾ, ਜਿਹਦੇ ਨਾਲ ਲੇਬਰ ਦਾ ਖਰਚਾ ਵੀ ਨਹੀਂ ਮੁੜਦਾ। ਅਸੀਂ ਅੱਜ ਕਿਸਾਨਾਂ ਨੇ ਰੋਸ ਜਤਾਇਆ ਸਰਕਾਰ ਪ੍ਰਤੀ ਕਿ ਅਸੀਂ ਇੰਨੇ ਦੁਖੀ ਹਾਂ। ਜਿਹੜੀ ਸ਼ਿਮਲਾ ਮਿਰਚ ਨੂੰ ਪੈਦਾ ਕਰਦੇ 1 ਲੱਖ ਰੁਪਇਆ ਪ੍ਰਤੀ ਏਕੜ ਖਰਚਾ ਆਉਂਦਾ ਹੈ, ਕੁੱਤਾ ਵਾਂਗੂ ਫਸਲ ਪਲੀ ਹੈ, ਉਹ ਹੱਥੀਂ ਤੋੜ ਕੇ ਲਿਫਾਫੇ ਭਰੇ, ਜਦੋਂ ਕੋਈ ਚੱਕਣ ਵਾਸਤੇ ਤਿਆਰ ਨਹੀਂ ਵਪਾਰੀ ਤਾਂ ਉਹਨਾਂ ਹੱਥਾਂ ਨਾਲ ਸੜਕਾਂ 'ਤੇ ਸਿੱਟਣ ਲਈ ਮਜਬੂਰ ਹੋਣਾ ਪਿਆ। ਸਰਕਾਰ ਪ੍ਰਬੰਧ ਕਰੇ, ਜੇ ਹਾਲ ਇਹੀ ਰਿਹਾ ਤਾਂ ਲੋਕ ਸੜਕਾਂ 'ਤੇ ਆ ਜਾਣਗੇ। ਤੋਂ ਬਾਅਦ ਜੋ ਦੁੱਖ ਦੀ ਗੱਲ ਹੈ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 1.5 ਮਹੀਨਾ ਹੋ ਗਿਆ ਕਰਫਿਊ ਲੱਗੇ ਨੂੰ, ਤੇ ਥਾਂ ਥਾਂ ਤੇ ਰੌਲੇ ਪੈਂਦੇ ਆ, ਕਿਤੇ ਸਬਜ਼ੀਆਂ ਨਹੀਂ ਮਿਲਦੀਆਂ, ਕਿਤੇ ਦੁੱਧ ਨਹੀਂ ਮਿਲਦਾ, ਕਿਤੇ ਰਾਸ਼ਨ ਨਹੀਂ ਮਿਲਦਾ, ਤਾਂ ਉਸ ਸਮੇਂ ਜਦੋਂ ਇਹ ਮੰਗ ਹੈ, ਲੋਕ ਰੌਲਾ ਪਾਉਂਦੇ ਆ ਕਿ ਰਾਸ਼ਨ ਜਾਂ ਸਬਜ਼ੀਆਂ ਮਿਲ ਨਹੀਂ ਰਹੀਆਂ, ਉਸੇ ਦਿਨਾਂ ਦੇ ਵਿੱਚ ਉਸੇ ਟਾਈਮ ਸਾਡੇ ਕਿਸਾਨਾਂ ਨੂੰ ਜੋ ਮਿਰਚ ਪੈਦਾ ਕਰਦੇ ਆ ਭੈਣੀ ਵਾਘਾ ਦੇ, ਉਹਨਾਂ ਨੂੰ ਮਿਰਚ ਆ ਜਿਹੜੀ ਉਹ ਸੜਕ ਤੇ ਸਿੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਪਿਛਲੇ ਸਾਲ ਜਿਹੜਾ ਇਹਦਾ ਰੇਟ ਸੀ 25 ਰੁਪਏ ਕਿਲੋ ਸੀਗਾ, ਐਤਕੀ 3 ਰੁਪਏ ਪ੍ਰਤੀ ਕਿਲੋ ਜਿਹੜਾ ਰੇਟ ਆ ਦਿੱਤਾ ਜਾ ਰਿਹਾ, ਜਿਹਦੇ ਨਾਲ ਲੇਬਰ ਦਾ ਖਰਚਾ ਵੀ ਨਹੀਂ ਮੁੜਦਾ। ਅਸੀਂ ਅੱਜ ਕਿਸਾਨਾਂ ਨੇ ਰੋਸ ਜਤਾਇਆ। ਸਾਡਾ ਕਹਿਣਾ ਜੀ, ਜਿਹੜਾ ਮਿਰਚ ਦਾ, ਸ਼ਿਮਲਾ ਮਿਰਚ ਦਾ ਰੇਟ ਹੈ, ਰੇਟ ਬਹੁਤ ਜ਼ਿਆਦਾ ਘੱਟ ਦਿੱਤਾ ਜਾਂਦਾ ਹੈਗਾ। 3 ਰੁਪਏ ਮਿਰਚ ਦਾ ਰੇਟ ਹੈ ਜਿਹੜਾ ਉਹ ਦਿੱਤਾ ਜਾਂਦਾ ਕਿਸਾਨਾਂ ਨੂੰ, ਪਰ ਕਿਸਾਨਾਂ ਦੀ ਮਿਹਨਤ ਹੀ ਨਹੀਂ ਪੂਰੀ ਮੁੜਦੀ ਹੈਗੀ, ਜਿੰਨਾ ਉਹਨਾਂ ਖਰਚਾ ਪੈਂਦਾ ਜਿੰਨਾ ਸਾਨੂੰ ਅੱਜ ਪੈਸੇ ਬਟਾਉਂਦੀ ਹੈ ਇਹ ਮਜ਼ਦੂਰੀ ਪੈਂਦੀ ਹੈ ਕਿ ਉਹਨਾਂ ਨੂੰ ਵੀ ਪੈਸੇ ਦੇਣੇ ਨੇਗੇ, ਰੇ ਵੀ ਹੈ, ਸਪਰੇਅ ਵੀ ਹੈ, ਖਾਦਾਂ ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ। ਅਸੀਂ ਕਹਿੰਦੇ ਵੀ ਪਿਛਲੇ ਸਾਲਾਂ ਦੇ ਵਿੱਚ ਵਿਕੀ ਹੈਗੀ 25-30 ਰੁਪਏ ਤੇ ਐਤਕੀ 3 ਰੁਪਏ ਵਿਕ ਰਹੀ ਹੈ। ਇਹ ਕੋਈ ਨਾ ਕੋਈ ਕਾਰਨ ਹੈ, ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਨੇ। ਸਰਕਾਰ ਕਿਉਂ ਨਹੀਂ ਮੰਡੀਆਂ ਖੋਲ ਰਹੀ? ਇੱਕ ਪਾਸੇ ਤਾਂ ਲੋਕ ਮਰ ਰਹੇ ਨੇ ਕਿ ਸਬਜ਼ੀਆਂ ਦੇ ਤੋਂ ਬਿਨਾ ਵੀ ਸਬਜ਼ੀਆਂ ਹੋ ਨਹੀਂ ਰਹੀਆਂ, ਸਬਜ਼ੀਆਂ ਭੇਜ ਨਹੀਂ ਰਹੀ ਸਰਕਾਰ। ਦੂਜੇ ਪਾਸੇ ਸਾਡੇ ਪਿੰਡਾਂ ਵਾਲੇ ਕਿਸਾਨ ਨੇ ਕਿ ਜਿਹੜੇ ਨੇ ਸਬਜ਼ੀਆਂ ਲਾਈਆਂ ਨੇ, ਉਹਨਾਂ ਨੂੰ ਸਬਜ਼ੀਆਂ ਮਾਰੀ ਜਾਂਦੀਆਂ ਨੇ ਦਲਦਲ ਦੇ ਵਿੱਚ। ਕਿਸਾਨਾਂ ਨੂੰ ਫਸਾ ਸਕੀ ਹੈ ਸਰਕਾਰ। ਅਸੀਂ ਕਹਿੰਦੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕਿਸਾਨਾਂ ਨੂੰ ਪੂਰੇ ਦਾ ਪੂਰਾ ਰੇਟ ਦਿੱਤਾ ਜਾਵੇ, ਵਪਾਰੀਆਂ ਨੂੰ ਖੁੱਲ੍ਹ ਦਿੱਤੀ ਜਾਵੇ, ਕਿਸੇ ਮਰਜ਼ੀ ਮੰਡੀ ਦੇ ਵਿੱਚ ਜਾ ਕੇ ਉਹ ਸਬਜ਼ੀ ਆਪਦੀ ਵੇਚ ਸਕਣ। ਸਾਡਾ ਕਹਿਣਾ ਹੈ ਜੀ, ਜਿਹੜਾ ਮਿਰਚ ਦਾ, ਸ਼ਿਮਲਾ ਮਿਰਚ ਦਾ ਬਹੁਤ ਸਾਰੇ ਲੋਕ ਕਮੈਂਟਾਂ ਦੇ ਵਿੱਚ ਲਿਖ ਰਹੇ ਹੈ ਕਿ ਇਹਦੇ ਨਾਲੋਂ ਤਾਂ ਕਿਸੇ ਨੂੰ ਦੇ ਦੇਣੀ ਸੀ, ਸੜਕ ਦੇ ਉੱਤੇ ਸੁੱਟਣ ਦਾ ਕੀ ਫਾਇਦਾ ਸੀ। ਮੈਂ ਚਾਹੁੰਦਾ PCR ਟੀਮ ਮੈਨੂੰ ਦਿਖਾਉਣ ਦੀ ਬਜਾਏ ਤਸਵੀਰਾਂ ਤੁਹਾਨੂੰ ਦਿਖਾਉਂਦੀ ਰਹੇ, ਕਿਉਂਕਿ ਤਸਵੀਰਾਂ ਚੰਡੀਗੜ੍ਹ ਸੈਕਟਰੀਏਟ ਤੋਂ ਲੈ ਕੇ ਤੇ ਹਰੇਕ DC ਦੇ ਦਫ਼ਤਰ ਤੱਕ ਤੇ ਸਰਕਾਰ ਤੱਕ, ਐਗਰੀਕਲਚਰ ਮਿਨਿਸਟਰ ਸਾਹਿਬ, ਸੈਕਟਰੀ ਸਾਹਿਬ, CM ਸਾਹਿਬ, ਸਾਰਿਆਂ ਤੱਕ ਪਹੁੰਚੇ। ਸਾਰੇ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਨੇ, ਜ਼ਿਆਦਾਤਰ ਤਾਂ ਸਾਡੇ ਮਿਨਿਸਟਰ ਤੇ ਈਵਨ ਮੁੱਖ ਮੰਤਰੀ ਵੀ ਕਿਸਾਨੀ ਨਾਲ ਸੰਬੰਧ ਰੱਖਦੇ ਹੋਣਗੇ, ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਇਸ ਦੇ ਵੱਲ ਧਿਆਨ ਜ਼ਰੂਰ ਦੇਣਗੇ। ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਸਿੱਟਿਆ ਕਿਉਂ? ਇਹ ਸਿੱਟਿਆ ਤਾਂ ਇਹ ਸਾਡੇ ਤੱਕ ਪਹੁੰਚਿਆ, ਸਾਡੇ ਤੱਕ ਪਹੁੰਚਿਆ ਤਾਂ ਅਸੀਂ ਦਿਖਾਇਆ ਤਾਂ ਤੁਸੀਂ ਦੇਖਿਆ, ਤੇ ਤੁਸੀਂ ਦੇਖਿਆ ਤਾਂ ਸਰਕਾਰ ਨੂੰ ਆਵਾਜ਼ ਚੁੱਕੀ ਕਿ ਕਿਸਾਨਾਂ ਦਾ ਕੋਈ ਹੱਲ ਕੀਤਾ ਜਾਵੇ। ਜੇ ਇਹੀ ਕਿਸੇ NGO ਨੂੰ ਦੇ ਦਿੱਤਾ ਜਾਂਦਾ, ਜੇ ਇਹੀ ਕਿਸੇ ਲੰਗਰ ਹਾਲ ਦੇ ਵਿੱਚ ਜਾ ਕੇ ਦੇ ਦਿੱਤਾ ਜਾਂਦਾ ਸਿਰਫ ਇਸ ਕਰਕੇ ਕਿ ਇਹਦਾ ਮੁੱਲ ਨਹੀਂ ਮਿਲ ਰਿਹਾ, ਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਣਾ ਸੀ ਕਿ 350 ਏਕੜ ਦੇ ਵਿੱਚ ਬੀਜੀ ਹੋਈ ਹੈ ਸ਼ਿਮਲਾ ਮਿਰਚ ਦੀ ਸਬਜ਼ੀ ਅਜਾਈ ਚਲੀ ਗਈ। 25 ਰੁਪਏ ਜਿਹਦਾ ਮੁੱਲ ਮਿਲ ਰਿਹਾ ਸੀ ਉਹ ਸਿਰਫ 2 ਰੁਪਏ ਕਿਲੋ ਵੇਚਣ ਨੂੰ ਮਜਬੂਰ ਹੈ। ਉਹਨਾਂ ਲੋਕਾਂ ਵਾਸਤੇ ਵੀ ਸਵਾਲ ਹੈ ਜੋ ਸ਼ਾਇਦ ਕਿਸਾਨੀ ਤੇ ਖੇਤੀ ਨਾਲ ਸੰਬੰਧ ਨਹੀਂ ਰੱਖਦੇ, ਜੋ ਘਰਾਂ 'ਚ ਬੈਠੇ ਲਾਕਡਾਊਨ ਦਾ ਨਜ਼ਾਰਾ ਲੈਂਦੇ ਹੋਏ, AC ਕਮਰੇ, ਹੁਣ ਤਾਂ AC ਚੱਲ ਵੀ ਪਏ ਨੇ, ਕਿਸੇ ਦੇ ਗੋਲ ਗੱਪੇ ਬਣ ਰਹੇ ਅੱਜ ਕੱਲ੍ਹ, ਜਾਂ ਫਿਰ ਕਿਸੇ ਦੇ ਘਰੇ ਦਹੀਂ ਭੱਲੇ ਤੇ ਹੋਰ ਚੀਜ਼ਾਂ ਟਰਾਈ ਹੋ ਰਹੀਆਂ, ਉਹ ਸ਼ਾਇਦ ਬੈਠ ਕੇ ਕਮੈਂਟ ਕਰ ਦਿੰਦੇ ਆ ਕਿ ਸਿੱਟਣ ਨਾਲ ਕੀ ਫਾਇਦਾ ਹੋ ਜਾਊਗਾ। ਕਿਸਾਨ ਦਾ ਦਿਲ ਨਹੀਂ ਕਰਦਾ ਕਿ ਉਹ ਸਿੱਟ ਸਕੇ। ਬਹੁਤ ਸਾਰੇ ਕਹਿ ਰਹੇ ਆ ਕਿ ਗਰੀਬ ਨੂੰ ਦੇ ਦੇਣੀ ਸੀ, ਉਸ ਦੀ ਗਰੀਬੀ, ਜੋ ਗਰੀਬ ਹੈ ਦਿਸਦੀ ਹੈ, ਕਿਸਾਨ ਦੀ ਗਰੀਬੀ ਕਿਉਂ ਨਹੀਂ ਦਿਸਦੀ? ਕਿਸਾਨ ਦੀ ਗੱਲ ਕਰਨ ਵੇਲੇ ਕਿਉਂ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਓਵਰ ਰੇਟ ਕਰ ਰਹੇ ਹਾਂ ਗੱਲ ਨੂੰ? ਕਿਸਾਨ ਕਿਉਂਕਿ ਹਰ ਰੋਜ਼ ਸੜਕਾਂ ਤੇ ਆਉਂਦਾ ਹੈ, ਕਿਸਾਨ ਮੁਜ਼ਾਹਰੇ ਕਰਦਾ ਹੈ, ਕਿਸਾਨ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਤਾਂ ਨਿੱਤ ਦੀ ਗੱਲ ਹੈ, ਇਹ ਰੋਜ਼ ਦਾ ਕੰਮ ਹੈ, ਅਸੀਂ ਕੀ ਲੈਣਾ ਹੈ, ਅਸੀਂ ਆਪਦੇ ਪਰਿਵਾਰ ਦਾ, ਬੱਚਿਆਂ ਦਾ ਦੇਖੀਏ, ਜਾਂ ਸ਼ਾਇਦ ਥੋੜਾ ਸਮਾਂ ਲੂਡੋ ਖੇਡਣ ਜਾਂ ਤੰਬੋਲਾ ਖੇਡਣ ਦੇ ਵਿੱਚ ਕੱਢ ਦਈਏ, ਫਿਰ ਨੈਟਫਲਿਕਸ ਦੀ ਸੀਰੀਜ਼ ਤੇ ਵੀ ਕੁਛ ਨਾ ਕੁਛ ਦੇਖਣਾ ਹੋਣਾ ਹੈ। ਅਸੀਂ ਲੈਣਾ ਕੀ ਹੈ ਇਸ ਖਬਰ ਤੋਂ? ਤੁਹਾਡੀ ਪਰਚੇਜ਼ਿੰਗ ਪਾਵਰ ਹੈ, ਤੁਸੀਂ ਬਾਹਰ ਜਾਂਦੇ ਹੋ, 30 ਰੁਪਏ ਕਿਲੋ ਦੀ ਸ਼ਿਮਲਾ ਮਿਰਚ ਖਰੀਦਦੇ ਹੋ, ਜਿਹਦਾ ਪਿਛਲੇ ਸਾਲ ਰੇਟ 25 ਰੁਪਏ ਸੀ, ਇਸ ਸਾਲ ਕਿਸਾਨ ਉਹ 2.5 ਰੁਪਏ ਦੇ ਵਿੱਚ ਵੇਚਣ ਨੂੰ ਮਜਬੂਰ ਹੋ ਰਿਹਾ ਹੈ।
ਤਾਂ ਕਦੇ ਇਹ ਕਿਉਂ ਨਹੀਂ ਸਵਾਲ ਕਰ ਸਕਦੇ ਅਸੀਂ ਕਿ ਕਿਸਾਨ ਨੂੰ ਉਸ ਦਾ ਮੁੱਲ ਮਿਲਣਾ ਚਾਹੀਦਾ ਹੈ। ਬਹੁਤ ਸਾਰੇ ਵੀਰ ਇਹ ਵੀ ਕਹਿ ਰਹੇ ਆ ਕਿ ਕਿਸਾਨ ਡਾਇਰੈਕਟ ਵੇਚਣਾ ਸ਼ੁਰੂ ਕਰੇ। ਕਈ ਥਾਵਾਂ ਤੇ ਇਸ ਦੇ ਟਰਾਇਲ ਹੋਏ ਨੇ, ਟਰਾਇਲ ਕਾਮਯਾਬ ਕਿਤੇ ਹੋਏ ਕਿਤੇ ਨਹੀਂ ਹੋ ਸਕੇ, ਉਹਦੀਆਂ ਆਪਣੀਆਂ ਮਜਬੂਰੀਆਂ, ਕਿਉਂਕਿ ਜੇ ਡਾਇਰੈਕਟ ਵੇਚਦਾ ਹੈ ਤਾਂ ਇਹ ਤਾਂ ਹੈ ਨਹੀਂ ਕਿ ਕਿਸਾਨ ਜੇ ਕਿੱਲਾ ਸ਼ਿਮਲਾ ਮਿਰਚ ਬੀਜੂਗਾ ਔਰ ਉਸ ਤੋਂ ਬਾਅਦ ਪਾਈਆ ਅੱਧਾ ਕਿਲੋ ਜਾ ਕੇ ਗਲੀਆਂ ਦੇ ਵਿੱਚ ਉਹ ਵੇਚ ਲੂਗਾ। ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਬਹੁਤ ਥਾਵਾਂ ਤੇ ਕਿਸਾਨ ਹਟਸ ਵੀ ਟਰਾਈ ਕੀਤੀਆਂ ਗਈਆਂ, ਪਰ ਉੱਥੇ ਜ਼ਿਆਦਾਤਰ ਲੋਕ ਨਹੀਂ ਪਹੁੰਚ ਪਾਉਂਦੇ ਸੀ। ਸਬਜ਼ੀ ਜ਼ਿਆਦਾ ਕੁਇੰਟਲਾਂ ਦੇ ਵਿੱਚ ਹੁੰਦੀ ਸੀ ਔਰ ਉਹਨੂੰ ਖਰਾਬ ਹੋਣ ਦਾ ਡਰ ਸੀ, ਔਰ ਆਖਿਰਕਾਰ ਉਹ ਸਬਜ਼ੀ ਮੰਡੀ ਹੀ ਆਖਰੀ ਹੱਲ ਰਹਿ ਜਾਂਦਾ ਹੈ, ਵਪਾਰੀ ਆਖਰੀ ਹੱਲ ਰਹਿ ਜਾਂਦਾ ਹੈ, ਜੋ ਵਿੱਚ ਵਿਚਾਲੇ ਲੁੱਟ ਕਰਦਾ ਹੈ ਔਰ ਇਹ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਇਹਦੇ ਨਾਲੋਂ ਕਿਤੇ ਦੇ ਦਿੱਤੀ ਜਾਂਦੀ ਤਾਂ ਉਹਦਾ ਅਸੀਂ ਜਵਾਬ ਦੇ ਚੁੱਕੇ ਹਾਂ ਕਿ ਕਿਸਾਨ ਜੇਕਰ ਇਹ ਨਾ ਕਰਦਾ ਤਾਂ ਇਹ ਕਿਸਾਨ ਦਾ ਪ੍ਰੋਟੈਸਟ ਹੈ, ਰੋਸ ਹੈ, ਰੋਸ ਜ਼ਾਹਰ ਕਰਨ ਦਾ ਤਰੀਕਾ ਹੈ। ਕੋਈ ਪੂਰੀ 350 ਏਕੜ ਸ਼ਿਮਲਾ ਮਿਰਚ ਦੀ ਭੈਣੀ ਬਾਗਾ ਦੇ ਕਿਸਾਨਾਂ ਨੇ ਆਪਣੀ ਸਬਜ਼ੀ ਸੜਕ ਤੇ ਨਹੀਂ ਸਿੱਟੀ। ਇਹ ਸਿਰਫ ਇੱਕ ਪ੍ਰਦਰਸ਼ਨ ਤੇ ਰੋਸ ਕਰਨ ਦਾ ਮਾਧਿਅਮ ਹੁੰਦਾ ਹੈ, ਇੱਕ ਤਰੀਕਾ ਹੁੰਦਾ ਹੈ ਜਿਹਦੇ ਤਹਿਤ ਉਹਨਾਂ ਨੇ ਇਸ ਤਰ੍ਹਾਂ ਕੀਤਾ ਹੈ। ਔਰ ਇਸ ਤੋਂ ਪਹਿਲਾਂ ਅਸੀਂ ਬੜੇ ਵਾਰੀ ਦੇਖਿਆ ਕਿ ਕਿਸਾਨ ਆਲੂ ਦੀ ਫਸਲ ਵੀ, ਆਲੂ ਦੀ ਸਬਜ਼ੀ ਜਿਹੜੀ ਹੈ ਉਹ ਵੀ ਸੜਕਾਂ ਦੇ ਉੱਤੇ ਆਲੂ ਸਿੱਟਦਾ ਹੈ। ਜਦੋਂ ਆਲੂ ਵੀ 1.5 ਰੁਪਈਆ ਜਾਂ 2 ਰੁਪਏ ਵਿਕਦਾ ਹੈ। ਗੋਭੀ ਨਾਲ ਵੀ ਅਕਸਰ ਐਸਾ ਹੁੰਦਾ ਦੇਖਿਆ ਹੈ। ਔਰ ਡੇਰਾ ਬੱਸੀ ਦੇ ਵਿੱਚ, ਮਾਫ ਕਰਨਾ, ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਕੁਝ ਕਿਸਾਨਾਂ ਦੇ ਪਿੱਛੇ ਜੇ ਫੋਨ ਵੀ ਆਏ ਕਿ ਉਹਨਾਂ ਦੀ ਖੜੀ ਗੋਭੀ ਦੀ ਫਸਲ ਵਾਹੁਣੀ ਪੈ ਗਈ ਕਿਉਂਕਿ ਕਾਰਨ ਸੀ ਕਿ ਮੁੱਲ ਨਹੀਂ ਮਿਲਦਾ ਸੀ। ਸਾਡਾ ਵੀ ਇਹੀ ਸਵਾਲ ਹੈ, ਸਾਡਾ ਇਹੀ ਅੱਜ ਮੰਤਵ ਹੈ ਇਸ ਖਬਰ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕਿ ਕਿਸਾਨ ਦਾ ਇਸ ਤਰ੍ਹਾਂ ਜੀ ਨਹੀਂ ਕਰਦਾ ਕਿ ਉਹ ਆਪਣੀ ਇਸ ਤਰ੍ਹਾਂ ਦਿਨ ਰਾਤ ਦੀ ਮਿਹਨਤ ਨੂੰ ਸੜਕਾਂ ਤੇ ਰੋਲ ਦੇਵੇ ਆ ਕੇ, ਜਾਂ ਉਹ ਮੁਫਤ ਦੇ ਵਿੱਚ ਇਸ ਤਰ੍ਹਾਂ ਸੁੱਟ ਦੇਵੇ, ਕਿਉਂਕਿ ਉਸਨੇ ਵੀ ਆਖਰਕਾਰ ਕਮਾਈ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਣਾ ਹੈ। ਉਹ ਵੀ ਚਾਹੁੰਦਾ ਹੈ ਕਿ ਉਸਨੂੰ ਉਸਦਾ ਪੂਰਾ ਮੁੱਲ ਮਿਲ ਸਕੇ। ਮਿਸਾਲ ਦੇ ਤੌਰ ਤੇ ਬਹੁਤ ਸਾਰੇ ਵਪਾਰੀ ਦਿੱਲੀ ਤੋਂ ਮਾਲ ਲੈ ਕੇ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ ਦੇ ਵਿੱਚ ਲਿਆ ਕੇ ਵੇਚਦੇ ਨੇ। ਕੀ ਤੁਹਾਨੂੰ ਦਿੱਲੀ ਤੋਂ ਲਿਆਇਆ ਹੋਇਆ ਮਾਲ ਜੋ 25 ਰੁਪਏ ਦਾ ਇੱਕ ਕੋਈ ਪੀਸ ਪਵੇ ਤੇ ਲੁਧਿਆਣੇ ਆ ਕੇ, ਜਲੰਧਰ ਆ ਕੇ, ਅੰਮ੍ਰਿਤਸਰ ਜਾਂ ਬਠਿੰਡੇ ਆ ਕੇ ਬਾਜ਼ਾਰ ਦੇ ਵਿੱਚ ਜਦੋਂ ਤੁਸੀਂ ਆਪਣਾ ਸਟਾਲ ਲਾਉਂਦੇ ਹੋ ਜਾਂ ਫਿਰ ਤੁਸੀਂ ਦੁਕਾਨ ਲਾਉਂਦੇ ਹੋ, ਇਹ ਕਿਹਾ ਜਾਵੇ ਕਿ ਉਹ 2 ਰੁਪਏ ਦੀ ਵੇਚਦੇ ਹੋ, ਤਾਂ ਕੀ ਤੁਸੀਂ ਵੇਚਣ ਲਈ ਤਿਆਰ ਹੋ ਜਾਓਗੇ? ਨਹੀਂ ਹੋਵੋਗੇ। ਤੁਸੀਂ ਆਪਣਾ ਮੁੱਲ ਲਓਗੇ ਔਰ ਆਪਣਾ ਮੁਨਾਫਾ ਕਮਾਉਣ ਤੋਂ ਬਾਅਦ, ਕਿਉਂਕਿ ਉਹਦੇ 'ਚ ਤੁਹਾਡੀ ਮਿਹਨਤ ਲੱਗੀ ਹੈ, ਉਹਦੇ 'ਚ ਤੁਹਾਡਾ ਸਮਾਂ ਲੱਗਿਆ ਹੈ, ਤੁਹਾਡੇ ਪਰਿਵਾਰ ਦਾ ਫਿਊਚਰ ਤੇ ਰੋਟੀ ਤੇ ਢਿੱਡ ਦਾ ਸਵਾਲ ਲੱਗਿਆ ਹੈ, ਤਾਂ ਤੁਸੀਂ ਉਹਦੇ 'ਚੋਂ ਮੁਨਾਫਾ ਕਮਾਓਗੇ। ਇਸੇ ਤਰ੍ਹਾਂ ਕਿਸਾਨ ਦੀ ਦਿੱਕਤ ਹੈ ਕਿ ਕਿਸਾਨ ਸਬਜ਼ੀ ਬੀਜਦਾ ਹੈ, ਕਿਸਾਨ ਫਸਲ ਬੀਜਦਾ ਹੈ ਤਾਂ ਉਹ ਪਰਸ਼ੀਏਬਲ ਹੁੰਦੀ ਹੈ, ਉਹ ਜਲਦ ਖਰਾਬ ਹੋ ਜਾਂਦੀ ਹੈ। ਇਸ ਕਰਕੇ ਉਹ ਸਟੋਰ ਕਰਕੇ ਨਹੀਂ ਰੱਖ ਸਕਦਾ। ਸਟੋਰ ਕਰਨ ਦੀ ਕੋਲਡ ਸਟੋਰੇਜਾਂ ਦੇ ਵਿੱਚ ਬਹੁਤ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਹੈ। ਤਾਂ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਕਿਸਾਨ ਇਹ ਨਹੀਂ ਕਰ ਸਕਦਾ ਕਿ ਉਹ 2-3 ਕੁਇੰਟਲ ਸ਼ਿਮਲਾ ਮਿਰਚ ਆਪਣੇ ਘਰ ਦੇ ਵਿੱਚ ਜਾਂ ਕੋਲਡ ਸਟੋਰ ਦੇ ਵਿੱਚ ਉਦੋਂ ਤੱਕ ਰੱਖ ਲਏ ਜਦੋਂ ਤੱਕ ਉਹਦਾ ਰੇਟ ਵੱਧ ਨਹੀਂ ਜਾਂਦਾ, ਕਿਉਂਕਿ ਇਹ ਖਰਾਬ ਹੋਣ ਵਾਲੀ ਚੀਜ਼ ਹੈ। ਉਸਨੂੰ ਉਸੇ ਭਾਅ ਤੇ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ ਜੋ ਮਾਰਕੀਟ ਦੇ ਵਿੱਚ ਉਸ ਵੇਲੇ ਚੱਲ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਮਿਸਾਲ ਤੇ ਤੁਹਾਨੂੰ ਦੱਸਿਆ ਹੈ ਕਿ ਤਕਰੀਬਨ 2.5 ਰੁਪਏ ਕਿਲੋ ਇਸ ਦਾ ਮੁੱਲ ਲਾਇਆ ਜਾ ਰਿਹਾ ਹੈ। 1 ਰੁਪਇਆ ਸਿਰਫ ਲੇਬਰ ਲੈ ਲੈਂਦੀ ਹੈ। ਔਰ ਤੁਸੀਂ ਲੇਬਰ ਦੇ ਹਾਲਾਤ ਵੀ ਸੋਚੋ, ਕੋਈ ਕਹਿ ਰਿਹਾ ਕਿ ਲੇਬਰ ਸਸਤੀ ਹੋ ਜੇ। 1 ਰੁਪਇਆ ਕਿਲੋ ਦਾ ਮਤਲਬ ਹੈ ਕਿ ਕੁਇੰਟਲ ਮਗਰ ਸਿਰਫ 100 ਰੁਪਇਆ ਕਿਸਾਨ ਜਿਹੜਾ ਉਹ ਲੇਬਰ ਜਿਹੜੀ ਹੈ ਉਹ ਕਮਾ ਰਹੀ ਹੈ। ਤਾਂ ਇਹਨਾਂ ਹਾਲਾਤਾਂ 'ਚ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ ਕਿ ਜਿਹੜਾ ਸਭ ਤੋਂ ਹੇਠਲਾ ਵਰਗ ਹੈ ਔਰ ਜਿਹੜਾ ਛੋਟਾ ਕਿਸਾਨ ਹੈ ਉਹ ਕੀ ਕਰੂਗਾ? ਇੱਕ ਮੇਰੇ ਜ਼ਿਹਨ ਦੇ ਵਿੱਚ ਨਾਵਲ ਆ ਰਿਹਾ ਹੈ, ਉਹ ਕਹਾਣੀ ਆ ਰਹੀ ਹੈ ਧਰਤੀ ਹੇਠਲਾ ਬਲਦ, ਜਿਹਦੇ ਵਿੱਚ ਇਹ ਸੋਚਿਆ ਸੀ ਕਿ ਧਰਤੀ ਹੇਠਾਂ ਕੋਈ ਬਲਦ ਹੋਣਾ ਹੈ ਜਿਹਦੇ ਤੇ ਸਾਰਾ ਭਾਰ ਧਰਤੀ ਦਾ ਹੋਣਾ ਹੈ। ਪਰ ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਤਸਵੀਰਾਂ ਦੇਖ ਕੇ ਕਿ ਸ਼ਾਇਦ ਉਹ ਧਰਤੀ ਹੇਠਲਾ ਬਲਦ ਕਿਸਾਨ ਹੀ ਹੈ ਜੋ ਸਾਰੀ ਧਰਤੀ ਦਾ ਭਾਰ ਆਪਦੇ ਮੋਢਿਆਂ ਤੇ ਲੈ ਕੇ ਚੱਲਦਾ ਹੈ। ਪਰ ਆਖਿਰਕਾਰ ਉਸ ਨੂੰ ਆਪਣੀ ਫਸਲ ਇਸ ਤਰੀਕੇ ਨਾਲ ਰੋਲਣੀ ਪੈਂਦੀ ਹੈ, ਸੜਕਾਂ ਤੇ ਡੋਲਣੀ ਪੈਂਦੀ ਹੈ ਜੋ ਉਸ ਦਾ ਜੀ ਨਹੀਂ ਕਰਦਾ। ਜਾਂਦੇ ਜਾਂਦੇ ਤੁਹਾਨੂੰ ਇੱਕ ਵਾਰ ਫਿਰ ਤੋਂ ਭੈਣੀ ਬਾਗਾ ਦੇ ਇਸ ਕਿਸਾਨ ਦੀ ਉਹ ਦਰਦ, ਉਹ ਆਪ ਬੀਤੀ ਕਿ ਉਹ ਹਾਲਾਤ ਕੀ ਨੇ, ਕਿਉਂ ਉਸ ਨੂੰ ਡੋਲਣੀ ਪਈ, ਕਿਉਂ ਰੋੜਨੀ ਪਈ, ਟਰਾਲੀ ਦੇ ਵਿੱਚ ਪਾ ਕੇ ਉਹ ਗਿਆ ਇਹ ਫਸਲ, ਉਹ ਤੁਹਾਨੂੰ ਸੁਣਾ ਦਿੰਨੇ ਆ ਕਿਸਾਨ ਦਾ ਕੀ ਕਹਿਣਾ ਹੈ। ਕਿ ਅਸੀਂ ਇੰਨੇ ਦੁਖੀ ਹਾਂ, ਜਿਹੜੀ ਸ਼ਿਮਲਾ ਮਿਰਚ ਨੂੰ ਪੈਦਾ ਕਰਦੇ 1 ਲੱਖ ਰੁਪਇਆ ਪ੍ਰਤੀ ਏਕੜ ਖਰਚਾ ਆਉਂਦਾ ਹੈ,
ਪੁੱਤਾਂ ਵਾਂਗੂ ਫਸਲ ਪਾਲੀ ਹੈ, ਉਹ ਹੱਥੀਂ ਤੋੜ ਕੇ ਲਿਫਾਫੇ ਭਰੇ, ਜਦੋਂ ਕੋਈ ਚੱਕਣ ਵਾਸਤੇ ਤਿਆਰ ਨਹੀਂ ਵਪਾਰੀ ਤਾਂ ਉਹਨਾਂ ਹੱਥਾਂ ਨਾਲ ਸੜਕਾਂ ਦੇ ਸਿੱਟਣ ਲਈ ਮਜਬੂਰ ਹੋਣਾ ਪਿਆ। ਸਰਕਾਰ ਪ੍ਰਬੰਧ ਕਰੇ, ਜੇ ਹਾਲ ਇਹੀ ਰਿਹਾ ਤਾਂ ਲੋਕ ਸੜਕਾਂ ਤੇ ਆ ਜਾਣਗੇ। ਤੋਂ ਬਾਅਦ ਜੋ ਦੁੱਖ ਦੀ ਗੱਲ ਹੈ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 1.5 ਮਹੀਨਾ ਹੋ ਗਿਆ ਕਰਫਿਊ ਲੱਗੇ ਨੂੰ, ਤੇ ਥਾਂ ਥਾਂ ਤੇ ਰੋਲੇ ਪੈਂਦੇ ਆ, ਕਿਤੇ ਸਬਜ਼ੀਆਂ ਨਹੀਂ ਮਿਲਦੀਆਂ, ਕਿਤੇ ਦੁੱਧ ਨਹੀਂ ਮਿਲਦਾ, ਕਿਤੇ ਰਾਸ਼ਨ ਨਹੀਂ ਮਿਲਦਾ, ਤਾਂ ਉਸ ਸਮੇਂ ਜਦੋਂ ਇਹ ਮੰਗ ਹੈ, ਲੋਕ ਰੌਲਾ ਪਾਉਂਦੇ ਆ ਕਿ ਰਾਸ਼ਨ ਜਾਂ ਸਬਜ਼ੀਆਂ ਮਿਲ ਨਹੀਂ ਰਹੀਆਂ, ਉਸੇ ਦਿਨਾਂ ਦੇ ਵਿੱਚ ਉਸੇ ਟਾਈਮ ਸਾਡੇ ਕਿਸਾਨਾਂ ਨੂੰ ਜੋ ਮਿਰਚ ਪੈਦਾ ਕਰਦੇ ਆ ਭੈਣੀ ਵਾਘਾ ਦੇ, ਉਹਨਾਂ ਨੂੰ ਮਿਰਚ ਹੈ ਜਿਹੜੀ ਉਹ ਸੜਕ ਤੇ ਸਿੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਉਂਕਿ ਪਿਛਲੇ ਸਾਲ ਜਿਹੜਾ ਇਹਦਾ ਰੇਟ ਸੀ 25 ਰੁਪਏ ਕਿਲੋ ਸੀਗਾ, ਐਤਕੀ 3 ਰੁਪਏ ਪ੍ਰਤੀ ਕਿਲੋ ਜਿਹੜਾ ਰੇਟ ਆ ਦਿੱਤਾ ਜਾ ਰਿਹਾ, ਜਿਹਦੇ ਨਾਲ ਲੇਬਰ ਦਾ ਖਰਚਾ ਵੀ ਨਹੀਂ ਮੁੜਦਾ। ਅਸੀਂ ਅੱਜ ਕਿਸਾਨਾਂ ਨੇ ਰੋਸ ਜਤਾਇਆ ਸਰਕਾਰ ਪ੍ਰਤੀ ਕਿ ਅਸੀਂ ਇੰਨੇ ਦੁਖੀ ਹਾਂ, ਜਿਹੜੀ ਸ਼ਿਮਲਾ ਮਿਰਚ ਨੂੰ ਪੈਦਾ ਦਿੱਤਾ ਜਾਂਦਾ ਹੈਗਾ 3 ਰੁਪਏ ਮਿਰਚ ਦਾ ਰੇਟ ਹੈ ਜਿਹੜਾ, ਉਹ ਦਿੱਤਾ ਜਾਂਦਾ ਕਿਸਾਨਾਂ ਨੂੰ। ਪਰ ਕਿਸਾਨਾਂ ਦੀ ਮਿਹਨਤ ਹੀ ਨਹੀਂ ਪੂਰੀ ਮੁੜਦੀ ਹੈਗੀ, ਜਿੰਨਾ ਉਹਨਾਂ ਖਰਚਾ ਪੈਂਦਾ ਜਿੰਨਾ ਸਾਨੂੰ ਅੱਜ ਪੈਸੇ ਬਟਾਉਂਦੀ ਹੈ ਇਹ। ਮਜ਼ਦੂਰੀ ਪੈਂਦੀ ਹੈ ਕਿ ਉਹਨਾਂ ਨੂੰ ਵੀ ਪੈਸੇ ਦੇਣੇ ਨੇਗੇ, ਰੇ ਵੀ ਹੈ, ਸਪਰੇਅ ਵੀ ਹੈ, ਖਾਦਾਂ ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ। ਅਸੀਂ ਕਹਿੰਦੇ ਵੀ ਪਿਛਲੇ ਸਾਲਾਂ ਦੇ ਵਿੱਚ ਵਿਕੀ ਹੈਗੀ 25-30 ਰੁਪਏ ਤੇ ਐਤਕੀ 3 ਰੁਪਏ ਵਿਕ ਰਹੀ ਹੈ। ਇਹ ਕੋਈ ਨਾ ਕੋਈ ਕਾਰਨ ਹੈ, ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਨੇ। ਸਰਕਾਰ ਕਿਉਂ ਨਹੀਂ ਮੰਡੀਆਂ ਖੋਲ ਰਹੀ? ਇੱਕ ਪਾਸੇ ਤਾਂ ਲੋਕ ਮਰ ਰਹੇ ਨੇ ਕਿ ਸਬਜ਼ੀਆਂ ਦੇ ਤੋਂ ਬਿਨਾਂ ਵੀ ਸਬਜ਼ੀਆਂ ਹੋ ਨਹੀਂ ਰਹੀਆਂ, ਸਬਜ਼ੀਆਂ ਭੇਜ ਨਹੀਂ ਰਹੀ ਸਰਕਾਰ। ਦੂਜੇ ਪਾਸੇ ਸਾਡੇ ਪਿੰਡ ਵਾਲੇ ਕਿਸਾਨ ਨੇ ਕਿ ਜਿਹੜੇ ਨੇ ਸਬਜ਼ੀਆਂ ਲਾਈਆਂ ਨੇ, ਉਹਨਾਂ ਨੂੰ ਸਬਜ਼ੀਆਂ ਮਾਰੀ ਜਾਂਦੀਆਂ ਨੇ ਦਲਦਲ ਦੇ ਵਿੱਚ। ਕਿਸਾਨਾਂ ਨੂੰ ਫਸਾ ਸਕੀ ਹੈ ਸਰਕਾਰ। ਅਸੀਂ ਕਹਿੰਦੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕਿਸਾਨਾਂ ਨੂੰ ਪੂਰੇ ਦਾ ਪੂਰਾ ਰੇਟ ਦਿੱਤਾ ਜਾਵੇ, ਵਪਾਰੀਆਂ ਨੂੰ ਫੁੱਲ ਦਿੱਤੀ ਜਾਵੇ, ਕਿਸੇ ਮਰਜ਼ੀ ਮੰਡੀ ਦੇ ਵਿੱਚ ਜਾ ਕੇ ਉਹ ਸਬਜ਼ੀ ਆਪਦੀ ਵੇਚ ਸਕਣ। ਅਸੀਂ ਫਿਰ ਕਹਿ ਰਹੇ ਹਾਂ ਕਿ ਕਿਸਾਨ ਦਾ ਇਹ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ, ਰੋਸ ਦਿਖਾਉਣ ਦਾ ਤਰੀਕਾ ਹੈ। ਉਹਦਾ ਦਿਲ ਨਹੀਂ ਕਰਦਾ ਕਿ ਉਹ ਆਪਣੀ ਬੀਜੀ ਹੋਈ ਸਬਜ਼ੀ ਨੂੰ ਇਸ ਤਰ੍ਹਾਂ ਸੜਕ ਦੇ ਉੱਤੇ ਰੋੜ੍ਹਿਆ ਆਵੇ। ਲੋਕ ਹਾਲੇ ਵੀ ਇਹ ਲਿਖ ਰਹੇ ਆ ਕਿ ਇਹਦੇ ਨਾਲੋਂ ਤਾਂ ਕਿਤੇ ਦੇ ਦਿੱਤੀ ਜਾਂਦੀ। ਜਿਨ੍ਹਾਂ ਨੂੰ ਨਹੀਂ ਸਮਝ ਆਉਣੀ ਉਹਨਾਂ ਨੂੰ ਨਹੀਂ ਸਮਝਾਇਆ ਜਾ ਸਕਦਾ, ਜਿਨ੍ਹਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਨਹੀਂ ਬੈਠ ਸਕਦੀ ਉਹਨਾਂ ਦੇ ਨਹੀਂ ਬਿਠਾਈ ਜਾ ਸਕਦੀ ਕਿ ਇਹ ਸਿਰਫ ਰੋਸ ਕਰਨ ਦਾ, ਇਹ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ। ਕਿਸਾਨ ਦਾ ਜੀ ਨਹੀਂ ਕਰਦਾ ਕਿ ਉਹ ਪਹਿਲਾਂ ਮਿਹਨਤ ਕਰੇ, ਆਪਣਾ ਪੈਸਾ ਪੱਲਿਓਂ ਲਾਵੇ, ਆੜਤੀਏ ਤੋਂ ਉਧਾਰ ਚੱਕੇ, ਉਸ ਤੋਂ ਬਾਅਦ ਸਬਜ਼ੀ ਬੀਜੇ, ਤੇ ਜਦੋਂ ਸਬਜ਼ੀ ਲੋਕਾਂ ਜੋਗੀ ਹੋ ਜੇ ਤੇ ਫਿਰ ਉਹ ਸੜਕ ਤੇ ਰੋੜ ਦੇ। ਸਵਾਲ ਇਹ ਹੈ ਕਿ ਉਸ ਨੂੰ ਮੁੱਲ ਨਹੀਂ ਮਿਲ ਰਿਹਾ, ਇਸ ਕਰਕੇ ਉਸ ਨੂੰ ਐਸਾ ਕਰਨਾ ਪੈ ਰਿਹਾ ਹੈ। ਇਹ ਪੇਸ਼ਕਸ਼ ਦਿਖਾਉਣ ਦਾ ਸਾਡਾ ਮਕਸਦ ਸੀ ਕਿ ਜਿਸ ਤਰ੍ਹਾਂ ਕਣਕ ਝੋਨੇ ਦੀ MSP ਤੈਅ ਕੀਤੀ ਗਈ ਹੈ, ਇੱਕ ਪੱਕਾ ਮੁੱਲ ਕਿਸਾਨ ਨੂੰ ਮਿਲਦਾ ਹੈ, ਪਰ ਸਬਜ਼ੀਆਂ ਵਾਸਤੇ ਮਾਰਕੀਟਿੰਗ ਸਿਸਟਮ ਬਹੁਤਾ ਵਧੀਆ ਨਾ ਹੋਣ ਕਰਕੇ ਕਿਸਾਨ ਨੂੰ ਨੁਕਸਾਨ ਹੋ ਰਿਹਾ ਹੈ। ਸਰਕਾਰ ਅਕਸਰ ਕਹਿੰਦੀ ਹੈ ਕਿ ਝੋਨੇ ਤੇ ਕਣਕ ਦੇ ਗੇੜ ਚੋਂ ਬਾਹਰ ਆਇਆ ਜਾਵੇ, ਝੋਨੇ ਨਾਲ ਪਾਣੀ ਸਾਡਾ ਹੇਠਾਂ ਜਾ ਰਿਹਾ, ਇਸ ਕਰਕੇ ਸਬਜ਼ੀਆਂ ਬੀਜੋ, ਤੇ ਜੇਕਰ ਸਬਜ਼ੀ ਕਿਸਾਨ ਬੀਜਦਾ ਹੈ ਤਾਂ ਉਸ ਨੂੰ ਉਸ ਦਾ ਮੁੱਲ ਨਹੀਂ ਮਿਲਦਾ। ਬਿਹਤਰ ਪ੍ਰਬੰਧ ਹੋਣੇ ਚਾਹੀਦੇ ਨੇ, ਵਿਚਾਰਾਂ ਹੋਣੀਆਂ ਚਾਹੀਦੀਆਂ। ਸਿਰਫ ਕਾਗਜ਼ੀ ਕਾਰਵਾਈਆਂ, ਥੀਸਿਸ ਜਾਂ ਫਿਰ ਯੂਨੀਵਰਸਿਟੀਆਂ ਦੇ ਰਿਸਰਚਾਂ ਤੱਕ ਚੀਜ਼ਾਂ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ। ਕਿਸਾਨ ਦੀ ਕੋਸ਼ਿਸ਼ ਇਸ ਤਰ੍ਹਾਂ ਸੜਕਾਂ ਤੇ ਨਹੀਂ ਰੁੜਨੀ ਚਾਹੀਦੀ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਮਾਨਸਾ ਤੋਂ ਸਾਡੇ ਸਹਿਯੋਗੀ ਮਨੀਸ਼ ਸ਼ਰਮਾ ਦੇ ਨਾਲ ਮੈਂ ਸਿਮਰਨਜੋਤ ਸਿੰਘ, ਡੇਲੀ ਪੋਸਟ।